ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ। ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ। ਸਦਾ ਸੁਖੀ ਰਹੀਏ ਸਦਾ ਸੁਖੀ ਰਹੀਏ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਆਪ ਸਭ ਜੀ ਨੇ ਪਹਿਲਾਂ ਹੀ ਸਾਨੂੰ ਬੜਾ ਸਹਿਯੋਗ ਦਿੱਤਾ ਹੈ। ਸਾਰੀਆਂ ਸੰਗਤਾਂ ਦਾ, ਗੁਰੂ ਪਿਆਰੇ ਵੀਰਾਂ ਭੈਣਾਂ ਮਾਵਾਂ ਦਾ ਸਭ ਦਾ ਧੰਨਵਾਦ, ਸ਼ੁਕਰਾਨਾ ਉਸ ਅਕਾਲ ਪੁਰਖ ਦਾ ਜਿਸ ਨੇ ਮੁਬਾਰਕ ਪਲ ਆਪ ਜੀ ਨੂੰ ਵੀ, ਦਾਸਾਂ ਨੂੰ ਵੀ ਬਖਸ਼ਿਸ਼ ਕੀਤੇ ਨੇ। ਅੱਜ ਦਾ ਇਹ ਜੋ ਸਤਸੰਗ ਹੈ ਆਪ ਜੀ ਦੇ ਨਾਲ ਪ੍ਰਾਰੰਭਤਾ ਕਰਨ ਲੱਗੇ ਹਾਂ। ਆਓ ਅਸੀਂ ਪੜ੍ਹਨੇ ਹਾਂ, ਕੇਤੇ ਲੈ ਲੈ ਮੁੱਕਰ ਪਾਏ। ਅਸੀਂ ਕਿੰਨਾ ਇੱਕ ਲੈ ਕੇ ਮੁੱਕਰ ਵੀ ਜਾਂਦੇ ਹਾਂ। ਮਹਾਰਾਜ ਦੀ ਪਿਆਰੇ ਕਹਿੰਦੇ ਨੇ ਥਾਕੀਆਂ 'ਚ, 10ਵੇਂ ਪਾਤਸ਼ਾਹ ਜੀ ਦੇ ਪਾਸ ਇੱਕ ਸੁਥਰਾ ਰਹਿੰਦਾ ਸੀ ਅਤੇ ਕਈ ਤਰ੍ਹਾਂ ਦੀਆਂ ਕਵਿਤਾ ਰਚ ਕੇ ਸਤਿਗੁਰਾਂ ਨੂੰ ਸੁਣਾ ਕੇ ਪ੍ਰਸੰਨ ਕਰਦਾ ਸੀ। ਉਹ ਕਈ ਕਵਿਤਾਵਾਂ ਬਣਾਉਂਦਾ ਔਰ ਉਹਨਾਂ ਨੂੰ ਸੰਗਤਾਂ ਨੂੰ ਪ੍ਰਸੰਨ ਕਰਦਾ ਹੈ। ਉਸ ਸੁਥਰੇ ਨੇ ਇੱਕ ਬਾਣੀਏ ਪਾਸੋਂ ਬਹੁਤ ਸਾਰਾ ਰਾਸ਼ਨ ਉਧਾਰ ਲੈ ਲਿਆ। ਉਹਨੂੰ ਪੈਸੇ ਨਹੀਂ ਦਿੱਤੇ, ਉਹਦੇ ਕੋਲ ਉਧਾਰ ਲਿੱਤਾ। ਜਦ ਬਣੀਏ ਨੇ ਸੁਥਰੇ ਦੇ ਪਾਸੋਂ ਰਸਦ ਦਾ ਮੁੱਲ ਮੰਗਿਆ, ਭਾਈ ਸਾਡੇ ਪੈਸੇ ਦੇ ਦੇ, ਤਾਂ ਸੁਥਰਾ ਉੱਕਾ ਹੀ ਮੁਕਰ ਗਿਆ, ਬਿਲਕੁਲ ਮੁਕਰ ਗਿਆ ਤੇ ਕਹਿਣ ਲੱਗਾ, ਮੈਂ ਕਦੋਂ ਤੇਰੇ ਪਾਸੋਂ ਰਸਦ ਲਈ ਹੈ, ਇਹ ਸਮਾਨ ਲਿਆ ਤੇਰੇ ਪਾਸੋਂ, ਕਦੋਂ ਲਿਆ? ਤਾਂ ਉਹ ਬਾਣੀਆਂ ਦਸ਼ਮੇਸ਼ ਗੁਰੂ ਜੀ ਦੇ ਅੱਗੇ ਜਾ ਫਰਿਆਦੀ ਹੋਇਆ ਤੇ ਸਤਿਗੁਰਾਂ ਨੂੰ ਸੁਥਰੇ ਨੂੰ ਬੁਲਾਇਆ, ਕਿਹਾ, ਸੁਥਰੇ ਇਹ ਕੀ ਕੀਤੇ? ਇਹ ਤੇਰੇ ਦਸਤਖਤਖਾਨੇ ਦੇ ਕੋਲ ਸੁਥਰੇ ਦੀ ਕਹਿਣ ਲੱਗੇ। ਸਤਿਗੁਰੂ ਸੁਥਰੇ ਨੂੰ ਬੁਲਾ ਕੇ ਕਿਹਾ, ਸੁਥਰੇ ਵਹੀ ਵਿੱਚ ਤੇਰੇ ਦਸਤਖਤ ਹੋਏ ਪਏ ਨੇ, ਸਾਈਨ ਹੋਏ ਪਏ ਨੇ, ਤੇ ਰਸਦ ਲੈ ਕੇ ਤੂੰ ਹੁਣ ਕਿਉਂ ਮੁਕਰਦਾ ਹੈ? ਇਹਨਾਂ ਕੋਲੋਂ ਤੂੰ ਰਸਦ ਲੈ ਆਇਆ, ਹੁਣ ਤੂੰ ਕਿਉਂ ਕਹਿੰਦਾ ਕਿ ਮੈਂ ਨਹੀਂ ਲਈ? ਸੁਥਰੇ ਉੱਤਰ ਦਿੱਤਾ, ਇਹ ਦਾਤਾ ਜੀ, ਮੈਂ ਸਤਿਗੁਰੂ ਦੀ ਪੰਗਤੀ ਨੂੰ ਸਫਲ ਕੀਤਾ ਹੈ। ਮੈਂ ਸਤਿਗੁਰੂ ਜੀ ਦੀ ਪੰਗਤੀ ਨੂੰ, ਆਪਾਂ ਪੜ੍ਹਨੇ ਬਾਣੀ ਜਪਜੀ ਸਾਹਿਬ ਵਿੱਚ ਪੜ੍ਹਨੇ ਆ, ਕੇਤੇ ਲੈ ਲੈ ਮੁੱਕਰ ਪਾਏ। ਤੇ ਮਹਾਰਾਜ ਦੇ ਪਿਆਰੇ ਅੱਜ ਆਪਾਂ ਸਰਵਣ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਸੁਥਰਾ ਜੀ ਨੇ ਪਾਤਸ਼ਾਹ ਦੇ ਸਾਹਮਣੇ ਕਿਹਾ, ਕਹਿੰਦੇ ਨੇ ਅਸੀਂ ਤਾਂ ਬਾਣੀ ਦੀ ਪੰਕਤੀ ਲਈ ਹੈ ਤੇ ਉਹਨੂੰ ਸਫਲ ਪਿਆ ਕਰਨਾ। ਦਸ਼ਮੇਸ਼ ਪਿਤਾ ਨੇ ਕਿਹਾ, ਕਿਹੜੀ ਪੰਕਤੀ ਤੂੰ ਸਫਲ ਕੀਤੀ ਹੈ? ਤੇ ਫਿਰ ਸੁਥਰਾ ਜੀ ਬੋਲੇ, ਕੇਤੇ ਲੈ ਲੈ ਮੁੱਕਰ ਪਾਹੇ। ਸਤਿਗੁਰਾਂ ਨੇ ਹੱਸ ਕੇ ਕਿਹਾ, ਇਸ ਤੋਂ ਅਗਲੀ ਪੰਕਤੀ ਦੀ ਵੀ ਪੜ੍ਹ। ਤਾਂ ਸੁਥਰਾ ਬੋਲਿਆ, ਮੇਰੇ ਵੱਡੇ ਤਾਂ ਇੱਕੋ ਹੀ ਪੰਕਤੀ ਆਉਂਦੀ ਹੈ, ਕਿਉਂਕਿ ਮੇਰੇ ਜਿਹੜਾ ਵੰਡ ਹੈ, ਮੇਰਾ ਜਿਹੜਾ ਹਿੱਸਾ ਹੈ, ਉਹ ਤਾਂ ਇੱਥੋਂ ਤੱਕ ਹੀ ਆਉਂਦੀ ਹੈ ਤੇ ਉਹ ਪੜ੍ਹ ਲਈ ਹੈ। ਤਾਂ ਸੁਥਰਾ ਬੋਲਿਆ, ਮਹਾਰਾਜ ਜੀ ਇਹ ਪੜ੍ਹ ਲਈ ਮੈਂ। ਕਹਿਣ ਲੱਗੇ ਦੂਜੀ ਪੜ੍ਹਨ ਵਾਸਤੇ ਤੁਹਾਡੇ ਹੋਰ ਸਿੱਖ ਥੋੜ੍ਹੇ ਹਨ,
ਸਾਰੀ ਮੈਂ ਹੀ ਪੜ੍ਹਨੀ ਹੈ। ਸਾਧ ਸੰਗਤ ਜੀ, ਇੱਥੇ ਭਾਵ ਸਮਝਣਾ ਕਿ ਆਪਾਂ ਕੀ ਪੈਕ ਕਰਦੇ ਹਾਂ ਕਿ ਪੰਕਤੀ ਆਉਂਦੀ ਹੈ ਤਾਂ ਉਹ ਮੇਰੇ ਪੜ੍ਹੇ ਇਹੀ ਆਈ ਮੇਰੇ ਹਿੱਸੇ 'ਚ, ਅਤੇ ਦੂਜੀ ਪੰਕਤੀ ਪੜ੍ਹਨ ਵਾਸਤੇ ਹੋਰ ਬਹੁਤ ਸਾਰੇ ਸਿੱਖ ਹਨ। ਕਹਿਣ ਲੱਗੇ ਭਾਵ ਅਨੇਕਾਂ ਹੀ ਹਨ, ਇਹ ਪੜ੍ਹ ਕੇ ਲੈਣਗੇ ਅਤੇ ਕੋਈ ਸਾਰੀ ਬਾਣੀ ਮੈਂ ਇਕੱਲੇ ਨੇ ਨਹੀਂ ਪੜ੍ਹਨੀ। ਤਾਂ ਸਤਿਗੁਰੂ ਜੀ ਬੜੇ ਮੁਸਕਰਾਏ, ਆਪਣੇ ਖਜ਼ਾਨਚੀ ਨੂੰ ਹੁਕਮ ਦਿੱਤਾ ਕਿ ਬਾਣੀਏ ਦੇ ਜਿਤਨੇ ਰੁਪਈਏ ਹਨ ਉਹ ਗੁਰੂ ਦੇ ਖਜ਼ਾਨੇ 'ਚੋਂ ਦਿਓ। ਅਤੇ ਫਿਰ ਸਤਿਗੁਰੂ ਨੇ ਸੁਥਰੇ ਨੂੰ ਸਮਝਾਇਆ ਅਤੇ ਆਖਿਆ ਐਸਾ ਕੰਮ ਨਾ ਕੀਤਾ ਕਰ। ਇੱਕ ਵਾਰੀ ਕਹੋ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ। ਐਸਾ ਕੰਮ ਨਾ ਕੀਤਾ ਕਰ ਭਾਈ, ਇਹ ਕੰਮ ਨਹੀਂ ਕਰਨੇ ਚਾਹੀਦੇ, ਕਿਉਂਕਿ ਕਿਸੇ ਕੋਲ ਲੈਣਾ ਅਤੇ ਫਿਰ ਲੈਣਾ ਦੇਣਾ ਸਾਨੂੰ ਕਰਨਾ ਪੈਣਾ। ਅਗਰ ਅਸੀਂ ਉਹਨਾਂ ਨਹੀਂ ਦਿੱਤੇ, ਅਸੀਂ ਲੈ ਲਿਆ ਸਮਾਨ, ਅਤੇ ਫਿਰ ਸਾਧ ਸੰਗਤ ਜੀਓ ਅਸੀਂ ਮੁੱਕਰ ਜਾਵਾਂਗੇ। ਅਤੇ ਸਾਧ ਸੰਗਤ ਜੀ ਐਸਾ ਨਹੀਂ ਕਹੀਏ ਕਿ ਸਾਨੂੰ ਛੁੱਟ ਜਾਏਗਾ। ਇਹ ਲੈਣਾ ਦੇਣਾ ਅਸੀਂ ਕਈ ਵਾਰੀ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਅਤੇ ਉਹ ਕਹਿੰਦੇ ਪਿਛਲੇ ਜਨਮ ਦਾ ਲੈਣਾ ਦੇਣਾ ਹੈ। ਅਤੇ ਸਾਧ ਸੰਗਤ ਜੀ ਇਹ ਤੇ ਕੇਵਲ ਇਹ ਸੁਥਰੇ ਦਾ ਜੋ ਸਾਡੇ ਉੱਤੇ ਉਪਕਾਰ ਹੈ ਉਹ ਸਿੱਧੇ ਰਸਤੇ ਸਾਨੂੰ ਪਾ ਰਿਹਾ। ਭਾਈ ਇਹ ਵੀ ਪੜ੍ਹਿਆ ਕੇਤੇ ਲੈ ਲੈ ਮੁੱਕਰ ਪਾਏ, ਅਤੇ ਅਗਲੀ ਤੁਕਾਂ ਵੀ ਪੜ੍ਹੀਏ। ਅਤੇ ਮਹਾਰਾਜ ਜੀ ਇਹ ਸਾਨੂੰ ਸਮਝਾਉਂਦੇ ਨੇ ਅਤੇ ਇਹ ਵੀ ਦੱਸਦੇ ਨੇ ਕਿ ਉੱਠਦਿਆਂ ਬੈਠਦਿਆਂ ਨਾਮ ਜਪਣਾ ਚਾਹੀਦਾ ਹੈ। ਨਾਮ ਦੇ ਨਾਲ ਹੀ ਸਾਡਾ ਗੁਜ਼ਾਰਾ ਹੋਏਗਾ, ਔਰ ਉਹ ਨਾਮ ਨਾ ਇਹਨੂੰ ਕੋਈ ਤਸਕਰ ਲੈ ਸਕਦਾ, ਨਾ ਇਹਨੂੰ ਜਲ ਜਲਾ ਸਕਦਾ, ਨਾ ਇਹਨੂੰ ਅਗਨੀ ਵਾਪ ਕਰਨਾ, ਅਗਨੀ ਜਲਾ ਨਹੀਂ ਸਕਦੀ, ਜਲ ਡੁਬਾ ਨਹੀਂ ਸਕਦਾ। ਸਾਧ ਸੰਗਤ ਜੀਓ ਇਹ ਸਾਰਾ ਧਨ ਸਾਡੇ ਨਾਲ ਜਾਂਦਾ ਹੈ, ਅਤੇ ਇਸ ਨਾਮ ਨੂੰ ਆਪਾਂ ਨੇ ਇਕੱਠਾ ਕਰਨਾ ਹੈ। ਉੱਠਦਿਆਂ ਬੈਠਦਿਆਂ ਸਿਮਰਨ ਕਰਨਾ ਹੈ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਸਾਡੇ ਉੱਤੇ ਸਾਰਿਆਂ 'ਤੇ ਕਿਰਪਾ ਕਰੇ ਕਿ ਆਪਾਂ ਨਾਮ ਜਪਦੇ ਰਹੀਏ ਅਤੇ ਉਸ ਗੁਰੂ ਦੀਆਂ ਖੁਸ਼ੀਆਂ ਲਈਏ, ਕਿਉਂਕਿ ਇਹ ਸਤਸੰਗ ਕੋਈ ਕਰਨਗੇ ਨਸੀਬਾਂ ਵਾਲੇ, ਸਤਸੰਗ ਦੋ ਕੜੀਆਂ ਕੋਈ ਕਰਨਗੇ ਕਰਮਾਂ ਵਾਲੇ, ਸਤਸੰਗ ਦੋ ਕੜੀਆਂ, ਦੋ ਕੜੀਆਂ, ਦੋ ਕੜੀਆਂ, ਦੋ ਕੜੀਆਂ, ਦੋ ਕੜੀਆਂ, ਦੋ ਕੜੀਆਂ ਸਤਸੰਗ ਕਰੇਗਾ। ਕੋਈ ਸਤਸੰਗ ਤੇ ਕੋਈ ਨਸੀਬਾਂ ਵਾਲੇ ਹੋਣਗੇ। ਵੱਡੇ ਭਾਗ ਬੇਟੇ ਗੁਰਦੇਵਾ ਉਹ ਸੰਗਤ ਵਿੱਚ ਬੈਠ ਕੇ ਗੁਰੂ ਦੇ ਦਰਸ਼ਨ ਕਰ ਸਕਦਾ ਹੈ। ਇੱਕ ਮਹਾਰਾਜ ਜੀ ਦੇ ਪਿਆਰੇ, ਇੱਕ ਵਪਾਰੀ ਹੈ ਵਪਾਰ ਕਰਦਾ ਕੀ ਕਰਦਾ, ਸੇਠ ਹੈ, ਕਿਸਾਨਾਂ ਕੋਲ ਜਾ ਕੇ ਪਿੰਡਾਂ ਜਾ ਕੇ ਅਤੇ ਵਣਜ ਇਕੱਠਾ ਕਰਦਾ ਹੈ, ਵਣਜ ਲੈਂਦਾ, ਖਰੀਦਦਾ, ਇਕੱਠਾ ਕਰਕੇ ਅਤੇ ਫਿਰ ਸ਼ਹਿਰ ਦੇ ਅੰਦਰ ਉਹਨੂੰ ਵੇਚਦਾ ਆਪਣੇ ਹਿਸਾਬ ਨਾਲ। ਉਹਦਾ ਰਿਜ਼ਕ ਹੈ, ਉਹ ਕਮਾਈ ਕਰਦਾ। ਅਤੇ ਇੱਕ ਦਿਨ ਘਰੋਂ ਚਲਿਆ ਅਤੇ ਪਿੰਡ ਵਿੱਚ ਗਿਆ, ਉੱਥੇ ਗਿਆ ਅਤੇ ਸ਼ਾਮ ਹੋ ਗਈ। ਉਹਨਾਂ ਨੇ ਪਿੰਡ ਤੋਂ ਜਿੱਥੇ ਸੌਦੇ ਕੀਤੇ ਉਹ ਤੇ ਰੱਖ ਦਿੱਤਾ, ਪਰ ਕੁਝ ਸੌਦਾ ਉਹਨੇ ਚੁਕਵਾ ਲਿਆ, ਜਿਹੜੇ ਥੋੜ੍ਹੇ ਸਨ ਉਹ ਚੁਕਵਾ ਲਿਆ। ਚੁਕਵਾ ਕੇ ਅਤੇ ਸਰਪੰਚ ਦੇ ਘਰ ਰੱਖਿਆ ਕਿ ਸਵੇਰੇ ਆਪਣੇ ਘਰ ਜਦੋਂ ਹੋਰ ਦੇ ਵੀ ਲੈ ਕੇ ਇਕੱਠਾ ਕਰਕੇ ਗੱਡੀ ਭਰ ਕੇ ਲੈ ਜਾਵਾਂਗਾ, ਇੱਥੋਂ ਬੈਲ ਗਾੜੀ ਲੈ ਜਾਵਾਂਗਾ। ਅਤੇ ਉਹ ਸ਼ਾਮ ਨੂੰ ਜਦ ਬੈਠਾ, ਉਹ ਆ ਕੇ ਚਾਰਪਾਈ 'ਤੇ ਸਰਪੰਚ ਦੇ ਘਰ ਬੈਠਾ, ਅਤੇ ਉੱਧਰ ਕੀ ਹੋਇਆ, ਉਹਦੇ ਘਰੋਂ ਇੱਕ ਚਿੱਠੀ ਆ ਗਈ। ਇੱਕ ਬੰਦਾ ਆਇਆ ਘਰੋਂ ਅਤੇ ਕਹਿਣ ਲੱਗਾ, ਸੇਠ ਜੀ ਇਹ ਚਿੱਠੀ ਪੜ੍ਹ ਲਓ, ਸਿਠਾਣੀ ਨੇ ਦਿੱਤੀ ਹੈ। ਸੇਠ ਜੀ ਨੇ ਚਿੱਠੀ ਖੋਲ੍ਹੀ, ਲਿਖਿਆ ਸੀ ਜਲਦੀ ਆ ਜਾਓ, ਘਰ ਬੜਾ ਜ਼ਰੂਰੀ ਕੰਮ ਹੈ ਅਤੇ ਆ ਜਾਓ, ਹੁਣੇ ਰੁਕਣਾ ਨਹੀਂ। ਸੇਠ ਜੀ ਘਬਰਾ ਗਏ ਕਿ ਸੁੱਖ ਹੋਵੇ, ਘਰ ਸੁੱਖ ਹੋਵੇ। ਅਤੇ ਸਾਧ ਸੰਗਤ ਜੀਓ ਉਹਨੇ ਸਰਪੰਚ ਜੀ ਨੂੰ ਪੁੱਛਿਆ, ਸਰਪੰਚ ਸਾਹਿਬ ਕੋਈ ਐਸਾ ਮਜ਼ਦੂਰ ਮਿਲ ਜਾਏਗਾ ਜਿਹੜਾ ਮੇਰੀ ਇਹ ਵਣਜ ਖਰੀਦਦਾ, ਬਾਕੀ ਦੀ ਬਾਅਦ ਹੀ ਲੈ ਲਾਂਗਾ, ਇਹ ਲੈ ਜਾਵਾਂ ਨਾਲ। ਕਹਿਣ ਲੱਗੇ ਸੇਠ ਜੀ ਸਵੇਰੇ ਚਲੇ ਜਾਣਾ, ਮੈਂ ਬੈਲ ਗਾੜੀ ਦੇ ਦਿਆਂਗਾ। ਕਹਿੰਦੇ ਨਹੀਂ ਚਿੱਠੀ ਆਈ ਹੈ, ਅਸੀਂ ਜਾਣਾ ਹੀ ਜਾਣਾ ਹੈ। ਜਦੋਂ ਇਹ ਕਿਹਾ ਜਾਣਾ ਹੀ ਜਾਣਾ ਹੈ ਅਤੇ ਉਹ ਤਿਆਰ ਹੋਇਆ ਅਤੇ ਕਹਿੰਦਾ ਜੀ ਕਿੰਨਾ ਕੋਈ ਦੇਖਾਂ ਮਜ਼ਦੂਰ, ਪਰ ਮਜ਼ਦੂਰੀ ਵੇਖਿਆ ਕੋਈ ਨਾ ਮਿਲਿਆ। ਅੰਤ ਨੂੰ ਥੱਕ ਹਾਰ ਗਏ। ਸਰਪੰਚ ਸਾਹਿਬ ਨੇ ਕਿਹਾ ਬਈ ਇੱਕ ਭਗਤ ਜੀ ਹੈਗੇ, ਉਹ ਦੇਖੋ ਉਹਨਾਂ ਕੋਲ ਪੁੱਛਣੇ, ਰਾਤ ਦਾ ਸਮਾਂ ਚੱਲਦੇ ਨੇ ਤਾਂ। ਅਤੇ ਭਗਤ ਜੀ ਕੋਲ ਗਏ, ਜਾ ਬੂਹਾ ਖੜਕਾਇਆ ਉਹਨਾਂ ਦੀ ਕੁੱਲੀ ਦਾ, ਅਤੇ ਉਹ ਬਾਹਰ ਆਏ। ਕਹਿਣ ਲੱਗੇ ਆਓ ਸਰਪੰਚ ਸਾਹਿਬ, ਆਓ ਗੁਰੂ ਪਿਆਰਿਓ। ਕਹਿਣ ਲੱਗੇ ਭਾਈ ਇਸ ਸੇਠ ਦਾ ਜ਼ਰੂਰੀ ਕੰਮ ਪੈ ਗਿਆ, ਘਰੋਂ ਚਿੱਠੀ ਆਈ ਹੈ ਅਤੇ ਰਾਤੋਂ ਰਾਤ ਘਰ ਜਾਣਾ ਚਾਹੁੰਦਾ ਹੈ, ਇਹਦਾ ਥੋੜ੍ਹਾ ਬਣਾ ਜਿਹਾ ਚੁੱਕ ਕੇ ਇਹਦੇ ਘਰ ਨਾਲ ਤੁਸੀਂ ਪਹੁੰਚਾ ਦਿਓਗੇ, ਜਿਹੜੀ ਮਜ਼ਦੂਰੀ ਹੈ ਤੁਹਾਨੂੰ ਦੇ ਦਿਆਂਗੇ।
ਕਹਿਣ ਲੱਗੇ ਕੋਈ ਗੱਲ ਨਹੀਂ, ਤੁਹਾਡੀ ਮਜ਼ਦੂਰੀ ਮੈਨੂੰ ਦੇ ਦਿਓਗੇ ਤੁਸੀਂ, ਤੁਹਾਡੀ ਮਜਬੂਰੀ ਹੈ, ਮੈਂ ਰਾਤ ਨੂੰ ਕਰਦਾ ਤਾਂ ਨਹੀਂ, ਪਰ ਚਲੋ ਤੁਹਾਡੇ ਨਾਲ ਚੱਲਣਾ ਹਾਂ। ਉਹਨੇ ਕਿਹਾ ਜੀ ਮਜ਼ਦੂਰੀ ਕਿੰਨੀ ਲਓਗੇ? ਸੇਠ ਨੇ ਪੁੱਛਿਆ। ਕਹਿੰਦੇ 1 ਟਕਾ ਲਵਾਂਗਾ। 1 ਟਕਾ। ਕਹਿਣ ਲੱਗੇ 1 ਟਕਾ ਲੈਣਾ ਹੈ? ਕਹਿੰਦਾ ਹਾਂ ਜੀ 1 ਟਕਾ ਲਵਾਂਗੇ। ਕਹਿੰਦਾ ਚੰਗਾ, ਮੈਂ ਆਨਾ ਦੇ ਦਿਆਂਗਾ। ਕਹਿਣ ਲੱਗੇ ਨਹੀਂ ਭਾਈ, ਕਹਿੰਦੇ ਦਵਾਨੀ ਲੈ ਲਈ, ਫਿਰ ਚੱਲ ਸਾਡੇ ਨਾਲ ਜ਼ਰੂਰ। ਉਹਨੇ ਕਿਹਾ ਸੇਠ ਜੀ ਮੈਂ ਟਕਾ ਹੀ ਲੈਣਾ, ਤੁਹਾਨੂੰ ਛੱਡ ਆਵਾਂਗਾ। ਕਹਿੰਦੇ ਫਿਰ ਚਲੋ। ਤੇ ਉਹਨਾਂ ਨੇ ਆਪਣੀ ਤਿਆਰੀ ਕੀਤੀ ਤੇ ਚੱਲ ਪਏ। ਆਏ ਸਰਪੰਚ ਦੇ ਘਰੋਂ, ਉਹਨਾਂ ਦਾ ਬੁਸ਼ਕਾ, ਉਹਨਾਂ ਦਾ ਜਿਹੜਾ ਸਮਾਨ ਸੀ ਉਹ ਸਿਰ 'ਤੇ ਰੱਖਿਆ ਤੇ ਚੱਲ ਪਏ। ਜਦੋਂ ਪਿੰਡ ਦੇ ਬਾਹਰ ਆਏ ਤੇ ਪਿੰਡ ਦੇ ਬਾਹਰ ਉੱਥੇ ਉਹ ਇੱਕ ਖੂਹ ਦੇ ਉੱਤੇ ਖਲੋ ਗਏ ਤੇ ਪੰਡਤ ਆਪਣੇ ਗੁਰੂ ਪਿਆਰੇ ਭਗਤ ਜੀ ਉਹਨਾਂ ਨੇ ਸਮਾਨ ਉਤਾਰ ਕੇ ਰੱਖ ਦਿੱਤਾ। ਕਹਿਣ ਲੱਗੇ ਭਾਈ ਕਿਉਂ ਰੱਖਿਆ ਇਹ ਸਮਾਨ? ਥੋੜੇ ਪੈਸੇ ਨੇ, ਜ਼ਿਆਦਾ ਦੇ ਦਿਆਂਗੇ। ਕਹਿਣ ਲੱਗੇ ਪੈਸਿਆਂ ਦੀ ਗੱਲ ਨਹੀਂ ਹੈ ਸੇਠ ਜੀ, ਗੱਲ ਹੈ ਇਸ ਰਾਤ ਦਾ ਸਫ਼ਰ ਹੈ ਔਰ ਫਿਰ ਸਮਾਂ ਕਿਵੇਂ ਕੱਟੇਗਾ। ਇੰਝ ਕਰੋ ਤੁਸੀਂ ਮੈਨੂੰ ਕੋਈ ਕਥਾ ਕਹਾਣੀ ਪਰਮ ਨਿਰੰਕਾਰ ਦੀ, ਪਰਮਾਤਮਾ ਦੀ ਸੁਣਾਓ, ਉਹਨਾਂ ਦੀ ਗੱਲਬਾਤ ਕਰੋ। ਕਹਿਣ ਲੱਗੇ ਮੈਂ ਤੇ ਕਦੀ ਮੰਦਿਰ ਗੁਰਦੁਆਰੇ ਗਿਆ ਹੀ ਨਹੀਂ। ਸਤਨਾਮ ਸ਼੍ਰੀ ਵਾਹਿਗੁਰੂ। ਮੰਦਿਰ ਗੁਰਦੁਆਰੇ ਨਹੀਂ ਗਿਆ। ਕਹਿਣ ਲੱਗੇ ਮੰਦਿਰ ਗੁਰਦੁਆਰੇ ਨਹੀਂ ਗਿਆ, ਫਿਰ ਕਿਵੇਂ ਰਾਤ ਦਾ ਸਮਾਂ ਹੋਏਗਾ? ਕਹਿੰਦੇ ਅੱਛਾ ਫਿਰ ਜੇ ਮੈਂ ਤੈਨੂੰ ਕੋਈ ਕਥਾ ਸੁਣਾਵਾਂ ਤੇ ਤੁਸੀਂ ਹੁੰਕਾਰਾ ਭਰੋਗੇ? ਕਿਉਂਕਿ ਹੁੰਕਾਰਾ ਇਸ ਵਾਸਤੇ ਹੁੰਦਾ ਕਿ ਹਾਂ ਜਾਗ ਰਿਹਾ, ਚੱਲ ਰਿਹਾ, ਸੁਣ ਰਿਹਾ। ਉਹ ਕਹਿਣ ਲੱਗਾ ਹਾਂ ਜੀ ਭਰਾਂਗਾ। ਕਹਿੰਦੇ ਚੰਗਾ ਜੀ। ਉਹਨਾਂ ਨੇ ਸਮਾਨ ਚੱਕ ਲਿਆ। ਰਸਤੇ 'ਚ ਹਰੀ ਕਥਾ, ਰਾਮ ਕਥਾ ਹੁੰਦੀ ਰਹੀ। ਚਲਦੇ ਰਹੇ। ਚਲਦਿਆਂ ਚਲਾਉਂਦਿਆਂ ਸਾਧ ਸੰਗਤ ਜੀਓ ਉਹ ਪਿੰਡ ਵੀ ਆ ਗਿਆ ਤੇ ਅੰਮ੍ਰਿਤ ਵੇਲਾ ਵੀ ਹੋ ਗਿਆ। ਤੇ ਉੱਥੇ ਜਾ ਕੇ ਇਹਨਾਂ ਨੇ ਉਹ ਪੰਡ ਉਤਾਰੀ। ਉਹਨਾਂ ਦੇ ਘਰ ਸਠਾਣੀ ਬੜੀ ਸਿਆਣੀ, ਉਹ ਲੈ ਆਈ, ਥੋੜ੍ਹਾ ਜਲ ਪਾਨ ਕਰਾਇਆ ਤੇ ਕਹਿਣ ਲੱਗੇ ਭਗਤ ਜੀ ਥੋੜ੍ਹਾ ਆਰਾਮ ਕਰ ਲਓ, ਆਰਾਮ ਕਰ ਲਓ। ਤੇ ਭਗਤ ਜੀ ਚਾਰਪਾਈ 'ਤੇ ਲੇਟ ਗਏ। ਥੋੜ੍ਹਾ ਸਮਾਂ ਆਰਾਮ ਕੀਤਾ ਤੇ ਫਿਰ ਉੱਠੇ। ਫਿਰ ਸਠਾਣੀ ਆਈ, ਕਹਿੰਦੇ ਜਲ ਪਾਣੀ ਹੋਰ ਬਣਾ ਦਿਆਂ? ਕਹਿੰਦੇ ਨਹੀਂ ਜੀ ਅਸੀਂ ਜਾਣਾ। ਜਦੋਂ ਜਾਣ ਲੱਗੇ ਸੇਠ ਜੀ ਵੀ ਆ ਗਏ ਤੇ ਕਹਿਣ ਲੱਗੇ ਸਾਡੀ ਮਜ਼ਦੂਰੀ ਦੇ ਦਿਓ। ਉਹਨਾਂ ਨੇ ਵੀ ਕਿਹਾ ਕਿੰਨਾ ਦਿਆਂ? ਕਹਿੰਦੇ ਟਕਾ ਜੀ ਦੇ ਦਿਓ। ਟਕਾ ਲੈ ਲਿਆ, ਚੱਲ ਪਏ। ਜਦ ਉਹਨਾਂ ਦੀ ਹਵੇਲੀ ਤੋਂ ਬਾਹਰ ਉਸ ਗੇਟ ਤੋਂ ਨਿਕਲਣ ਲੱਗੇ ਤੇ ਉੱਥੇ ਖਲੋ ਕੇ ਕਹਿੰਦੇ ਸੇਠ ਜੀ ਮੇਰੀ ਗੱਲ ਸੁਣ ਜਾਓ ਇੱਕ। ਇਹਨਾਂ ਦੇ ਸੇਠਾਂ ਦੇ ਆਏ ਕਿਤੇ ਹੋਰ ਪੈਸੇ ਮੰਗਦਾ ਹੋਏਗਾ, ਭਾਈ ਥੋੜ੍ਹੇ ਨੇ। ਤੇ ਇਹ ਗਏ, ਕਹਿੰਦੇ ਥੋੜ੍ਹੇ ਨੇ ਪੈਸੇ? ਕਹਿੰਦੇ ਨਹੀਂ ਭਾਈ ਮੈਂ ਤੇ ਆਪਣਾ ਟਕਾ ਲੈ ਲਿਆ, ਮਜ਼ਦੂਰੀ ਲੈ ਲੈ। ਇੱਕ ਤੁਹਾਨੂੰ ਗੱਲ ਕਹਿਣੀ ਹੈ। ਕਹਿੰਦੇ ਕੀ? ਕਹਿੰਦੇ ਗੱਲ ਇਹ ਕਹਿਣੀ ਹੈ ਕਿ ਤੁਸੀਂ ਨਾ ਅੱਜ ਦੇ 7ਵੇਂ ਦਿਨ ਮਰ ਜਾਓਗੇ। ਸਤਨਾਮ ਸ਼੍ਰੀ ਵਾਹਿਗੁਰੂ। 7ਵੇਂ ਦਿਨ ਮਰ ਜਾਓਗੇ। ਕਹਿ ਲਗੇ ਹੈਂ? ਸੇਠ ਜੀ ਘਬਰਾ ਗਏ। ਕਹਿੰਦੇ ਸੇਠ ਜੀ ਘਬਰਾਓ ਨਹੀਂ, 6ਵੇਂ ਦਿਨ ਮੈਂ ਵੀ ਮਰ ਜਾਵਾਂਗਾ, ਮੇਰਾ ਵੀ ਉੱਥੇ ਇੰਨੇ ਵਿਸ਼ਵਾਸ ਨੇ, ਮੈਂ ਵੀ ਮਰ ਜਾਵਾਂਗਾ। ਕਹਿੰਦੇ ਸੇਠ ਜੀ ਇਹ ਦੱਸੋ ਤੁਸੀਂ ਕੋਈ ਸਤਸੰਗ ਤੇ ਅੱਜ ਤੱਕ ਕੀਤਾ ਨਹੀਂ, ਮੇਰੀ ਗੱਲ ਪੱਲੇ ਬੰਨ ਲਓ, ਇੱਕ ਗੱਲ ਪੱਲੇ ਬੰਨ ਲਓ। ਕਹਿੰਦੇ ਕੀ? ਕਹਿਣ ਲੱਗੇ 7ਵੇਂ ਦਿਨ ਤੁਸੀਂ ਮਰੋਗੇ, 6ਵੇਂ ਦਿਨ ਮੈਂ ਮਰਾਂਗਾ। ਜਦੋਂ ਤੁਸੀਂ ਇੱਥੋਂ ਚੱਲਣ ਲੱਗੋ ਨਾ ਤੇ ਇੱਕ ਗੱਲ ਯਾਦ ਰੱਖਣਾ ਮੇਰੀ, ਜਦੋਂ ਤੁਹਾਡਾ ਧਰਮਰਾਜ ਲੇਖਾ ਕਰੇਗਾ ਤੇ ਤੁਸੀਂ ਕਹਿੰਦੇ ਮੈਂ ਕਦੀ ਸਤਸੰਗ ਤੇ ਨਹੀਂ ਗਿਆ, ਤੁਹਾਡੇ ਕੋਲੋਂ ਕੋਈ ਵੀ ਪਲੱਸ ਪੁਆਇੰਟ ਨਹੀਂ ਹੈ ਜਿਹੜਾ ਤੁਸੀਂ ਸਵਰਗਾਂ 'ਚ ਨਿਰੰਕਾਰ ਦੇ ਦੇਸ਼ ਚਲੋ, ਸੱਚਖੰਡ ਚਲੇ ਜਾਓ, ਉੱਥੇ ਕੋਈ ਰਸਤਾ ਨਹੀਂ ਹੈ। ਤੁਹਾਡੇ ਪਾਪਾਂ ਦੀ ਗੰਢ ਹੈ, ਇਹ ਜਿਹੜੀ ਹੈ ਨਾ ਇਹ ਤੁਹਾਡੇ ਕੋਲ ਭਾਰੀ ਹੈ। ਪਰ ਅੱਜ ਦਾ ਜਿਹੜਾ ਇੱਕ ਘੜੀ ਦਾ ਸਾਡੇ ਕੋਲ ਸਤਸੰਗ ਹੈ ਨਾ, ਇਹ ਹੈਗਾ ਜੀ। ਤੇ ਉਹਨਾਂ ਨੂੰ ਕਹਿਣਾ ਉਹ ਜਦੋਂ ਫੈਸਲਾ ਕਰਨ ਲੱਗੇ ਨਾ ਬਈ ਉਹ ਪੁੱਛਣਗੇ ਤੁਹਾਡੇ ਕੋਲੋਂ ਤੁਹਾਡਾ ਪਾਪ ਜ਼ਿਆਦਾ ਹੈ, ਪੁੰਨ ਘੱਟ ਹੈ। ਜਦੋਂ ਪੁੰਨ ਵੱਲ ਜਾਣਾ ਤੇ ਇੱਕ ਘੜੀ ਤੁਹਾਡਾ ਉੱਥੇ ਹੈ ਤੇ ਬਾਕੀ ਦਾ ਸਾਰਾ ਨਰਕਾਂ 'ਚ ਹੈ। ਤੇ ਕਹਿਣਾ ਸਾਨੂੰ ਪਹਿਲੇ ਉਹ ਇੱਕ ਘੜੀ ਦਾ ਸਤਸੰਗ ਜਿਹੜਾ ਹੈ ਨਾ ਉੱਥੇ ਜਾਣ ਦਿਓ, ਫਿਰ ਇੱਧਰ ਤੇ ਤੁਸੀਂ ਬੁਲਾ ਹੀ ਲਓਗੇ, ਚਲੇ ਜਾਵਾਂਗੇ ਤੇ ਅਸੀਂ ਸਾਨੂੰ ਉੱਧਰ ਭੇਜੋ। ਧਰਮਰਾਜ ਨੇ ਆਪਣੇ ਦੂਤਾਂ ਨੂੰ ਆਖਿਆ, ਜਮਦੂਤਾਂ ਨੂੰ ਲੈ ਜਾਓ ਇਹਨੂੰ ਇੱਕ ਘੜੀ ਦਾ ਸਤਸੰਗ ਵਾਲੇ ਪਾਸੇ, ਸਵਰਗ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ, ਸੱਚਖੰਡ ਕਹਿੰਦੇ ਹਾਂ, ਉੱਥੇ ਭੇਜ ਦਿੱਤਾ। ਤੇ ਉੱਥੇ ਥੋੜ੍ਹੀ ਦੂਰ ਰੁਕੇ। ਜਦੋਂ ਉਹ ਆਇਆ ਅਸਥਾਨ ਤੇ ਉਹ ਜਮਦੂਤ ਰੁਕ ਗਏ। ਕਹਿੰਦੇ ਜਾ ਬਈ, ਜਾ ਕੇ ਉੱਥੇ ਇੱਕ ਘੜੀ ਲਾ ਕੇ ਛੇਤੀ ਆ ਜਾਈਂ, ਜੇ ਛੇਤੀ ਨਾ ਆਇਆ ਤੇ ਤੈਨੂੰ ਬੜੀ ਮਾਰ ਪਏਗੀ। ਇੰਨੀਆਂ ਗੱਲਾਂ ਕੀਤੀਆਂ ਤੇ ਇਹ ਉੱਥੇ ਚਲਿਆ ਗਿਆ, ਅੱਗੇ ਗਿਆ। ਤੇ ਉਹ ਸੇਠ ਜੀ ਨੇ ਕਿਹਾ ਸੀ ਭਗਤ ਜੀ ਨੇ, ਭਗਤ ਜੀ ਕਿ ਇੱਥੋਂ ਜਦੋਂ ਆਏਗਾ ਤੇ ਉੱਥੇ ਸੱਚਖੰਡ 'ਚ ਅਸੀਂ ਮਿਲਾਂਗੇ। ਇਹ ਉੱਥੇ ਗਿਆ ਤੇ ਦੇਖਦਾ ਪਿਆ ਕਿੱਥੇ ਨੇ ਉਹ, ਸਾਹਮਣੇ ਦੇਖਿਆ ਤੇ ਬੈਠੇ ਨੇ। ਜਾ ਨਮਸਕਾਰਾਂ ਕੀਤੀਆਂ। ਕਹਿੰਦੇ ਆ ਗਿਆ ਭਾਈ? ਕਹਿੰਦੇ ਬਹਿ ਜਾ ਬਈ। ਸਾਰੇ ਹੀ ਜਪ ਰਹੇ ਸਨ, ਵਾਹਿਗੁਰੂ 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 ਵਾਹਿਗੁਰੂ। ਉਹ ਜਪ ਰਹੇ ਸਨ। ਜਪਦਿਆਂ ਹੋਇਆਂ ਇਹ ਪਹੁੰਚ ਗਏ। ਜਦੋਂ ਪਹੁੰਚੇ ਇਹ ਵੀ ਜਪਣ ਲੱਗ ਗਏ। ਜਦੋਂ ਇੱਕ ਘੜੀ ਦਾ ਸਮਾਂ ਹੋਇਆ
फिर ये आए, कहते भगत जी मैं चला। कहते भाई बह जा। ये फिर बैठ गया। एक घड़ी फिर हो गई, फिर उठिया, फिर आया, कहते मैं जावां। महाराज कहते बह जा। हुण इहदे कोलों एक घड़ी आया सी, ਉਹਦੇ ਕੋਲ ਪਲੱਸ ਸੀ। ਇੱਕ ਘੜੀ ਇੱਥੇ ਵਾਹਿਗੁਰੂ ਜਪਿਆ, ਫਿਰ ਦੂਜਾ ਜਪਿਆ, ਤੀਜਾ ਜਪਿਆ, 3 ਘੜੀਆਂ ਹੋ ਗਈਆਂ। ਤੇ ਜਦੋਂ ਚੌਥੀ ਸ਼ੁਰੂ ਹੋਣ ਲੱਗੀ ਫਿਰ ਆਇਆ, ਕਹਿੰਦੇ ਭਗਤ ਜੀ ਮੈਨੂੰ ਜਾਣ ਦਿਓ। ਕਹਿੰਦੇ ਨਹੀਂ ਭਾਈ ਤੂੰ ਨਾ ਜਾ ਬਾਹਰ। ਕਹਿੰਦੇ ਮਹਾਰਾਜ ਬਾਹਰ ਜੰਮ ਬੈਠੇ ਨੇ, ਬੜਾ ਮਾਰਨਗੇ। ਕਹਿਣ ਲੱਗੇ ਭਾਈ ਤੂੰ ਇੱਥੇ ਆਇਆ ਸੀ, ਇੱਕ ਘੜੀ ਲੈ ਕੇ ਆਇਆ ਸੀ, ਇੱਕ ਘੜੀ ਤੂੰ ਇੱਥੇ ਆ ਕੇ ਹੋਰ ਸਿਮਰਨ ਕੀਤਾ, ਉਹ ਵੀ ਜਮ੍ਹਾਂ ਹੋ ਗਈ ਤੇਰੀ। ਫਿਰ ਆਇਆ। ਇਸ ਤਰ੍ਹਾਂ ਤੂੰ 4 ਘੜੀਆਂ ਹੁਣ ਇੱਥੇ ਸਿਮਰਨ ਕਰ ਲਿਆ, ਇੱਥੇ ਹੁਣ ਇੰਜ ਕਰ, ਇੱਥੇ ਬੈਠਾ ਰਹੇ। ਕਹਿੰਦੇ ਮਹਾਰਾਜ ਜੰਮ ਮਾਰਨਗੇ। ਕਹਿੰਦੇ ਉਹਨਾਂ ਨੇ ਕੀ ਕਿਹਾ ਸੀ ਕਿ ਛੇਤੀ ਆ ਜਾਈਂ। ਕਹਿੰਦੇ ਨਹੀਂ ਭਗਤ ਜੀ, ਕਹਿੰਦੇ ਉਹ ਅੰਦਰ ਆ ਨਹੀਂ ਸਕਦੇ ਤੇ ਤੂੰ ਬਾਹਰ ਜਾ ਨਹੀਂ ਸਕਦਾ। ਜਦ ਇਹ ਸੁਣਿਆ ਤੇ ਭਗਤ ਜੀ ਬੜਾ ਆਨੰਦ ਹੁੰਦਾ ਹੈ। ਇਹ ਸਾਖੀ ਤੋਂ ਸਾਨੂੰ ਮਿਲਦਾ ਹੈ ਕਿ ਸਿਮਰਨ ਜਿਹੜਾ ਹੈ ਨਾ, ਇਹ ਸਾਨੂੰ ਦਰਗਾਹ ਚੋਂ ਬਚਾਏਗਾ। ਤਾਂ ਸਾਧ ਸੰਗਤ ਅੱਜ ਦੀ ਇਹ ਸਤਸੰਗ ਦੀ ਇਹ ਆਪ ਜੀ ਤੱਕ ਪਹੁੰਚ ਰਹੀ ਹੈ। ਜੇ ਸ਼ੇਅਰ ਲੱਗੇ, ਚੰਗੀ ਲੱਗੇ ਤੇ ਇਹਨੂੰ ਸ਼ੇਅਰ ਕਰ ਦੇਣਾ। ਸਾਧ ਸੰਗਤ ਜੀਓ ਬਸ ਆਪਣੇ ਆਪ ਨੂੰ ਇਸੇ ਤਰ੍ਹਾਂ ਚਲਾਈ ਰੱਖਣਾ ਤੇ ਦਾਸਾਂ ਤੇ ਵੀ ਅਰਦਾਸਾਂ ਕਰਨਾ ਕਿ ਆਪ ਜੀ ਦਾ ਤੁਹਾਡਾ ਜਿਹੜਾ ਸੰਗ ਬਣਿਆ ਇਹ ਸਾਡੀ ਤੋੜ ਨਿਭ ਜਾਏ। ਭੁੱਲਾਂ ਚੁੱਕਾਂ ਦੀਆਂ ਖਿਮਾ ਕਰਿਓ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ, ਸਰਬਤ ਜੀਆਂ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।